ਜਿਹੜਾ 1 जून ਜਿਹੜਾ ਹੈਗਾ ਕਮਿੰਗ 1 जून ਹੈ ਜਾਂ ਹਰ ਸਾਲ 1 जून ਹੁੰਦੀ ਆ, ਉਹ ਇੱਕ ਵਰਲਡ ਮਿਲਕ ਡੇ ਹੁੰਦਾ ਹੈ, ਵਿਸ਼ਵ ਦੁੱਧ ਦਿਵਸ ਹੁੰਦਾ ਹੈ। ਵਿਸ਼ਵ ਦੁੱਧ ਦਿਵਸ ਵੈਸੇ ਜਿਵੇਂ ਆਪਾਂ ਕੋਈ ਬਾਕੀ ਮਿਲਕਸ ਦੀ ਗੱਲ ਕਰਦੇ ਆ, ਬਾਕੀ ਖਾਣੇ ਦੀ ਗੱਲ ਕਰਦੇ ਆ, ਮਦਰ ਦੀ ਫਾਦਰ ਦੀ ਗੱਲ ਕਰਦੇ ਆ, ਉਵੇਂ ਇੱਕ ਦਿਨ ਹੁੰਦਾ ਪੱਕਾ ਜਿਹੜਾ ਹਰ ਸਾਲ 1 जून ਨੂੰ ਮਨਾਇਆ ਜਾਂਦਾ ਹੈ। ਇਹ 2001 ਦੇ ਵਿੱਚ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤਾ ਸੀ, ਕਿਉਂਕਿ ਕੋਈ ਇੱਕ ਦਿਨ ਤਾਂ ਆਪਾਂ ਰੱਖ ਲਈਏ ਜਿਹਦੇ ਨਾਲ ਆਪਾਂ ਜਿਹੜਾ ਨੈਕਟਰ ਆਫ ਮਿਲਕ ਹੈ, ਜਿਹੜਾ ਅੰਮ੍ਰਿਤ ਹੈ, ਉਹਦੇ ਬਾਰੇ ਗੱਲ ਕੀਤੀ ਜਾਵੇ। ਤਾਂ ਉਹ 2001 ਤੋਂ ਸ਼ੁਰੂ ਹੋਇਆ ਅਤੇ ਅਸੀਂ ਇਹ ਦਿਨ ਇਸ ਵਾਸਤੇ ਚੁਣਿਆ ਸੀ ਕਿਉਂਕਿ ਅਸੀਂ ਅਗਲੇ 2-3 ਦਿਨਾਂ ਲਈ ਦਿੱਲੀ ਜਾਂ ਹੋਰ ਥਾਵਾਂ 'ਤੇ ਬਿਜੀ ਰਹਾਂਗੇ। ਤੁਹਾਨੂੰ ਮਿਲਣਾ ਬਹੁਤ ਜ਼ਰੂਰੀ ਸੀਗਾ। ਅਸੀਂ ਪਹਿਲਾਂ ਹੀ ਨੇ ਬਹੁਤ ਲੇਟ ਹੋ ਗਏ ਆ, ਕਿਉਂਕਿ ਜਦੋਂ ਪ੍ਰੋਡਕਟ ਲਾਂਚ ਕਰਦੇ ਆ, ਜਦੋਂ ਵੀ ਕੰਪਨੀ ਲਾਂਚ ਕਰਦੇ ਆ, ਤੁਹਾਡੇ ਕੋਲ ਆਉਣਾ ਜ਼ਰੂਰੀ ਸੀ। ਤੋ ਦੂਸਰੀ ਗੱਲ ਜਿਹੜੀ ਸੀ ਕਿ ਮੂਵ ਫਾਰਮ ਬਾਰੇ ਇਹਨਾਂ ਨੇ ਦੱਸਿਆ। ਮੂਵ ਫਾਰਮ ਇੱਕ IT ਲੈਡ ਡੇਅਰੀ ਫਾਰਮ ਸੋਲੂਸ਼ਨ ਕੰਪਨੀ ਹੈ। ਅੱਜ ਦੇ ਜ਼ਮਾਨੇ ਵਿੱਚ ਡੇਅਰੀ ਆਮ ਤੌਰ 'ਤੇ ਘੱਟ ਪੜ੍ਹੇ ਲੋਕਾਂ ਦੀ ਗੱਲ ਕਰੀ ਜਾਂਦੀ ਸੀ, ਜਾਂ ਇਹ ਜੀ ਆਮ ਜਿਹੜਾ ਬੱਚਾ ਜਾਂ ਜਿਹੜਾ ਕੋਈ ਸਾਡਾ ਪਰਿਵਾਰ ਜਿਹਨੂੰ ਕਿਸੇ ਕਾਰਨ ਕਰਕੇ ਰੁਜ਼ਗਾਰ ਸਰਕਾਰੀ ਗੈਰ ਸਰਕਾਰੀ ਨਹੀਂ ਮਿਲਿਆ, ਉਹ ਡੇਅਰੀ ਕਰਦਾ। ਪਰ ਹੁਣ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਜਿਹੜਾ ਹੈ ਇਨਫੋਰਮੇਸ਼ਨ ਟੈਕਨੋਲੋਜੀ, ਐਨੀਮਲ ਦਾ ਰਿਕਾਰਡ ਰੱਖ ਕੇ, ਐਨੀਮਲ ਦੀ ਆਈਡੈਂਟੀਫਿਕੇਸ਼ਨ ਕਰਕੇ, ਐਨੀਮਲ ਦੀ ਮੂਵਮੈਂਟ ਨੂੰ ਚੈੱਕ ਕਰਕੇ, ਐਨੀਮਲ ਦੇ ਵਿੱਚੋਂ ਪ੍ਰੋਡਕਸ਼ਨ ਅਤੇ ਪ੍ਰੋਡਕਟ ਕਿਵੇਂ ਲੈ ਜਾਂਦੀ ਹੈ, ਇਹ ਹਿੰਦੁਸਤਾਨ ਕਰੂਗਾ, ਕਿਉਂਕਿ ਕਾਫੀ ਸਾਰੇ ਸਾਡੇ ਕਮਰਸ਼ੀਅਲ ਡੇਅਰੀ ਫਾਰਮ ਕਰ ਚੁੱਕੇ ਆ, ਕਰ ਵੀ ਰਹੇ ਆ। ਤੋ ਇਹ ਮੂਵ ਫਾਰਮ ਜਿਹੜੀ ਕੰਪਨੀ ਤੋਂ ਵਿੱਚ ਜਿਹੜਾ ਸਾਡਾ ਜਿਹੜਾ ਮੇਰਾ ਹੈ ਜੇ ਐਡਵਾਈਜ਼ਰ ਯੋਗਦਾਨ ਹੈ, ਉਹ ਹੈ ਕਿ ਪੰਜਾਬ ਨੂੰ ਲੋੜ ਕੀ ਹੈ। ਮੈਂ ਇਸ ਨੂੰ ਕਿਉਂਕਿ ਚੰਗੀ ਤਰ੍ਹਾਂ ਕੀਤਾ ਵੀ ਹੈ, ਹੰਢਾਇਆ ਵੀ ਹੈ। ਮੈਨੂੰ ਇਹ ਪੱਕਾ ਪਤਾ ਹੈ ਕਿ ਇਨਫੋਰਮੇਸ਼ਨ ਜਿਹੜੀ ਆ ਜਾਂ ਜਿਹੜੀ ਸੂਚਨਾ ਜਿਹੜੀ ਹੈ ਜਾਂ ਤਕਨੀਕ ਜਿਹੜੀ ਹੈ ਨਾ ਜੀ, ਜਿਹੜੀ ਜਦ ਅਖੀਰਲੇ ਬੰਦੇ ਤੱਕ ਪਹੁੰਚਦੀ, ਜਦ ਤੱਕ ਤਕਨੀਕ ਬਦਲ ਜਾਂਦੀ ਹੈ। ਤੋ ਅਸੀਂ ਇਹ ਪਹਿਲੀ ਗੱਲ ਇਹਨਾਂ ਨੇ ਕੀਤੀ ਸੀ ਕਿ ਜੀ ਕਿਵੇਂ ਨਾ ਕਿਵੇਂ ਕਰਕੇ ਡੋਰ ਟੂ ਡੋਰ ਐਕਸਟੈਂਸ਼ਨ ਜਿਹੜੀ ਕਿ ਮਿਸਿੰਗ ਹੈ। ਐਗਰੀਕਲਚਰ ਬਹੁਤ ਵੱਡਾ ਡਿਪਾਰਟਮੈਂਟ ਹੋ ਸਕਦਾ, ਬਲਾਕ ਪੱਧਰ ਦੇ ਬੰਦੇ ਹੁਣ ਹੋ ਸਕਦਾ, ਪਿੰਡ ਪੱਧਰ 'ਤੇ ਵੀ ਅਫਸਰ ਮੁਲਾਜ਼ਮ ਰੱਖੇ ਹੋਣ। ਸਾਡਾ ਤਾਂ ਪਸ਼ੂ ਪਾਲਣ ਡੇਅਰੀ ਵਿਭਾਗ ਹੈ ਜਾਂ ਯੂਨੀਵਰਸਿਟੀ ਹੈ, ਉਹਦਾ ਤਾਂ ਉਹ ਜਿਹੜਾ ਮੁਲਾਜ਼ਮ ਹੈ ਮੇਰਾ ਖਿਆਲ ਹੈ ਜ਼ਿਲ੍ਹੇ ਤੋਂ ਅੱਗੇ ਜਾਂ ਬਲਾਕਾਂ ਦੇ ਗਾਂਹ ਨਹੀਂ ਜਾਂਦਾ। ਅਤੇ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਪਹੁੰਚਦੀ ਸੀ। ਤਾਂ ਪਹਿਲਾ ਹੀ ਕੰਮ ਅਸੀਂ ਇਹ ਕੀਤਾ ਸੀ ਕਿ ਪਿੰਡਾਂ ਦੇ ਵਿੱਚ ਜਾ ਕੇ ਇੱਕ ਪਿੰਡ ਦੇ ਵਿੱਚੋਂ ਜਾਂ 5-4 ਪਿੰਡਾਂ ਦੇ ਵਿੱਚੋਂ ਇੱਕ ਇਹੋ ਜਿਹਾ ਨੌਜਵਾਨ ਸਾਥੀ ਲੱਭੀਏ ਜਿਹਨੂੰ ਮੂੰਹ ਸਾਥੀ ਕਹਿ ਦਿੰਦੇ ਆ, ਜਾਂ ਜਿਹਨੂੰ ਅਸੀਂ ਵਿਲੇਜ ਲੈਵਲ ਉੱਦਮੀ ਕਹਿ ਦਿੰਦੇ ਆ। ਉਸ ਨੂੰ ਟ੍ਰੇਨਿੰਗ ਦੇ ਕੇ ਅਸੀਂ ਉਸ ਪਿੰਡ ਦੇ ਵਿੱਚ ਰੱਖਿਆ ਹੁੰਦਾ ਹੈ, ਜਿਹਦੇ ਵਿੱਚ ਉਹ ਘਰ ਘਰ ਜਾ ਕੇ ਖਾਸ ਕਰਕੇ ਛੋਟੇ ਫਾਰਮਰ ਜਾਂ ਦਰਮਿਆਨੇ ਫਾਰਮਰ ਜਿਨ੍ਹਾਂ ਨੂੰ ਸਵਾਦੀ ਸੂਚਨਾ ਦੀ ਜਾਂ ਟੈਕਨੋਲੋਜੀ ਦੀ ਲੋੜ ਹੈ, ਉਹ ਜਾ ਕੇ ਦੱਸਦਾ ਹੈ। ਦੂਸਰੀ ਇਹਦੇ ਵਿੱਚ ਕਿਉਂਕਿ ਇਹ ਜਿਹੜਾ ਸੀਗਾ ਇਹ ਪ੍ਰੋਜੈਕਟ ਸਾਡਾ ਸੰਗਰੂਰ ਪਟਿਆਲਾ ਦੇ 253 ਪਿੰਡਾਂ ਦੇ ਵਿੱਚ ਲਗਭਗ 3 ਸਾਲ ਤੋਂ ਚੱਲਦਾ ਹੈ। ਇਹਦੇ ਨਾਲ ਕੀ ਹੁੰਦਾ ਕਿ ਪ੍ਰੀਵੈਂਟਿਵ ਕੇਅਰ ਖਾਸ ਕਰਕੇ ਜਦੋਂ ਪਸ਼ੂਆਂ ਨੂੰ ਰੋਗ ਲੱਗਣ ਤੋਂ ਪਹਿਲਾਂ ਜਾਂ ਪਸ਼ੂਆਂ ਦੀ ਔਰ ਆਉਣ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਜਾਣੇ ਆ ਉਹ ਦੱਸਣੇ ਸ਼ੁਰੂ ਹੋਏ। ਵੈਕਸੀਨੇਸ਼ਨ ਸ਼ੁਰੂ ਹੋਈ, ਮੈਸਟਾਈਟਿਸ ਵਰਗੇ ਰੋਗਾਂ 'ਤੇ ਕਾਬੂ ਹੋਇਆ। ਤਾਂ ਉਹ ਸਾਰਾ ਕੰਮ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਸੋਚਿਆ ਕਿ ਇਸ ਨੂੰ ਥੋੜ੍ਹਾ ਜਿਹਾ ਐਕਸਪੈਂਡ ਕੀਤਾ ਜਾਵੇ। ਉਹਦੇ ਵਿੱਚ ਜੇ ਡੇਅਰੀ ਨੂੰ ਲਾਹੇਵੰਦ ਕਰਨਾ ਹੈ ਤਾਂ 2 ਹੀ ਕੰਮ ਹੈ। ਇੱਕ ਤਾਂ ਇਹ ਕਿ ਜੋ ਖਰਚਾ ਹੋ ਰਿਹਾ ਉਹਨੂੰ ਕੰਟਰੋਲ 'ਚ ਰੱਖਦੇ ਹਾਂ, ਕੀ ਅਸੀਂ ਪਸ਼ੂ ਤੋਂ ਪ੍ਰਤੀ ਪਸ਼ੂ ਤੋਂ ਦੁੱਧ ਲੈ ਸਕਦੇ ਹਾਂ। ਅੱਜ ਜੇ ਮੈਂ ਕਹਾਂ ਹਾਂ ਪੰਜਾਬ ਕਰ ਰਿਹਾ ਹੈ, ਪਰ ਪੰਜਾਬ ਵੀ ਜਿਹੜਾ ਕਰ ਰਿਹਾ ਹੈ ਉਹ ਬਾਕੀ ਦੇ ਗਾਂਹ ਵਧੂ ਮੁਲਕਾਂ ਤੋਂ ਬਹੁਤ ਪਿੱਛੇ ਹੈ। ਅੱਜ ਜੇ ਮੈਂ ਪ੍ਰਤੀ ਪਸ਼ੂ ਦੀ ਦੁੱਧ ਦੀ ਪੈਦਾਵਾਰ ਦੀ ਗੱਲ ਕਰਾਂ, ਪੰਜਾਬ 1 ਨੰਬਰ 'ਤੇ ਹੈ। ਹਿੰਦੁਸਤਾਨ ਦਾ ਵਿਚਾਰਾ 3-3.5 ਕਿਲੋ 'ਤੇ ਬੈਠਾ ਹੈ, ਅਸੀਂ 11-12 ਕਿਲੋ 'ਤੇ ਹੈ। ਪਰ ਜੇ ਅਸੀਂ ਕੰਪੇਅਰ ਕਰੀਏ ਨਿਊਜ਼ੀਲੈਂਡ ਨਾਲ, ਆਸਟ੍ਰੇਲੀਆ ਨਾਲ, ਤਾਂ ਸਾਡਾ ਤਾਂ ਬਹੁਤ ਕੁਛ ਕਰਨਾ ਚਾਹੀਦਾ ਸਾਨੂੰ। ਉਸ ਮੰਤਵ ਲਈ ਅਸੀਂ ਇਹ ਸੋਚਿਆ ਕਿ ਯਾਰ ਜਿਹੜਾ ਪਸ਼ੂ ਹੈ, ਪਸ਼ੂ ਦੇ ਉੱਤੇ ਉਸੇ ਲਾਗਤ ਖਰਚੇ ਦੇ ਉੱਤੇ ਦੁੱਧ ਕਿਵੇਂ ਵੱਧ ਲਿਆ ਜਾ ਸਕਦਾ ਹੈ। ਛੋਟੀਆਂ ਛੋਟੀਆਂ ਇੰਟਰਵੈਂਸ਼ਨ ਹੁੰਦੀਆਂ ਨੇ, ਛੋਟੀ ਛੋਟੀ ਮੈਨੇਜਮੈਂਟ ਟਿਪਸ ਹੁੰਦੇ ਨੇ ਜਿਹੜੇ ਕਿ ਲੋਕਾਂ ਨੂੰ ਨਹੀਂ ਪਤਾ ਹੁੰਦਾ। ਅਸੀਂ ਉਸ ਮੰਤਵ ਲਈ ਇੱਕ ਕਾਲ ਸੈਂਟਰ ਬਣਾਇਆ 62 ਸੈਕਟਰ ਮੋਹਾਲੀ ਦੇ ਵਿੱਚ, ਜਿਹਦੇ ਵਿੱਚ ਸਾਡੇ ਵੈਟਰਨੇਰੀਅਨ ਸਾਡੇ ਡਾਕਟਰ ਜਿਹੜੇ ਨੇ ਉਹ ਸਰਵਿਸ ਦੇ ਰਹੇ ਨੇ। ਉਹਦਾ ਜਿਹੜਾ ਟੋਲ ਫਰੀ ਨੰਬਰ ਹੈ 85 590 01 001 85 590 01 ਨੰਬਰ ਹੈ। ਉਹਦੇ 'ਤੇ ਕੋਈ ਵੀ ਕਿਸੇ ਵੀ ਸਟੇਟ ਤੋਂ ਕਾਲ ਕਰਕੇ ਸਾਡੇ ਨਾਲ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਗੱਲ ਕਰ ਸਕਦਾ। ਸਾਡੇ ਐਕਸਪਰਟ ਆਪ ਨਹੀਂ ਤਾਂ ਡਾਕਟਰ ਸਾਹਿਬ ਕੋਲੇ ਜਾਂ ਡਾਕਟਰ ਸਾਹਿਬ ਕੋਲ ਜਾ ਕੇ ਉਹ ਕਾਲ ਡਿਵਰਟ ਹੋ ਜਾਂਦੀ ਹੈ। ਇੱਕ ਕੰਮ ਕੀਤਾ ਹੈ। ਦੂਸਰਾ ਅਸੀਂ ਜਦੋਂ ਇਸ ਨੂੰ ਵੇਖਿਆ ਤਾਂ ਸਭ ਤੋਂ ਵੱਡੀ ਗੱਲ ਇਹ ਆਉਂਦੀ ਸੀ ਕਿ ਸਰ ਫੀਡ, ਕਿਉਂਕਿ ਬੰਦਾ ਇਹ ਚਾਹੁੰਦਾ ਹੈ ਕਿ ਫੀਡ ਜਿਹੜੀ ਆ ਉਹਨੂੰ ਗੁਣਵੱਤਾ ਭਰਪੂਰ ਵੀ ਹੋਵੇ, ਰੇਟ ਵੀ ਵਾਜਬ ਹੋਣ। ਅਸੀਂ ਰੇਟ ਵਾਜਬ ਕਰਨ ਲਈ ਕੀਤਾ ਕਿ ਲੰਬੀ ਚੈਨਲ ਉਹ ਕੱਟ ਦਿਓ। ਲੰਬੀ ਚੈਨਲ ਦੇ ਵਿੱਚੋਂ ਵਿਚੋਲਾ ਵੱਡਾ ਡਿਸਟਰੀਬਿਊਟਰ ਪੂਰੇ ਸੂਬੇ ਦਾ, ਫਿਰ ਉਹ ਤੋਂ ਬਾਅਦ ਜ਼ਿਲ੍ਹਿਆਂ ਦੇ, ਫਿਰ ਉਹ ਤੋਂ ਬਾਅਦ ਤਹਿਸੀਲਾਂ ਦੇ, ਉਹ ਕੱਟਣ ਤੋਂ ਬਾਅਦ ਸਿੱਧਾ ਸੁਪਰ ਸਾਥੀ ਸਾਡੇ ਕੋਲ 2 ਸਾਡੇ ਆਏ ਵੀ ਨੇ ਮੁੰਡੇ ਜਿਹੜੇ ਫੀਡ ਵੇਚਦੇ ਨੇ। ਉਹ ਪਿੰਡਾਂ ਦੇ ਵਿੱਚੋਂ ਜਿਹੜੇ ਬੱਚੇ ਉਹਨਾਂ ਦੀ ਇੱਥੇ ਬ੍ਰਾਂਡਿੰਗ ਕਰਕੇ ਮੂਵ ਫਾਰਮ ਦੀ ਅਸੀਂ ਉਹਨਾਂ ਨੂੰ ਜਿਹੜੀ ਕੱਟ ਸ਼ਾਟ ਕੀਤੀ ਹੈ। ਦੂਜੀ ਗੱਲ ਜਿਹੜੀ ਰਾਸ਼ਨ ਬੈਲੈਂਸਿੰਗ,
मैं दस के टैग राशन बैलेंसिंग बहुत जरूरी है। हुण सानू हुण ना पहला वो वाला काम कर गया आ भी जो कहते दब के बाहर रज के खा, हुण तो जुगत नाल बाਅਦ फिर रज के खा वाली गल है। हुण की हो रहा सी कि पशुओं की खुराक भावें वो 10 किलो है तो भावें 20 किलो दुध वाली है, इक्को जी पा देंगे। अजे भी करते हैं, अजे भी असीं मतलब बहुता मतलब कई गल्लां असीं इंप्लीमेंट नहीं कर सके, असीं वो करनियां चाहांगे कि जिहड़ा पशु आ जे कोल 20 पशु है ਉਹਦੇ ਵਿੱਚੋਂ ਦੁੱਧ ਦੇ ਨਾਲ ਤਾਂ 8-7 ਹੀ ਆ, ਬਾਕੀ ਜਿਹੜੀਆਂ ਜਾਂ ਤਾਂ ਸੱਜਣਾ ਨੇ ਸੌਰੀ ਜਾਂ ਤੋਕੜਾ ਨੇ ਜਾਂ ਉਹ ਦੁੱਧ ਭੱਜੀਆਂ ਨੇ ਜਾਂ ਉਹ ਕਿਸੇ ਨਾ ਕਿਸੇ ਔਰ ਚੱਜੀਆਂ ਹੋਈਆਂ ਨੇ, ਤਾਂ ਉਹਨਾਂ ਨੂੰ ਖੁਰਾਕ ਉਹਨਾਂ ਦੀ ਲੋੜ ਮੁਤਾਬਕ ਬਣਾਉਣ ਦੀ ਅਸੀਂ ਜਿਹੜੀ ਉਹ ਤਜਰਬਾ ਚੁੱਕਿਆ। ਉਹਦੇ ਬਾਰੇ ਡਾਕਟਰ ਵਿਨੇਸ਼ ਜੀ ਦੱਸਣਗੇ ਵੀ ਉਹ ਕਿਹੋ ਜਿਹੀ ਫੀਡ ਹੈ। ਪਰ ਮੈਂ ਸਮਝਦਾ ਕਿ ਫੀਡ ਨੂੰ ਮੌਕੇ ਮੁਤਾਬਕ ਬਦਲਣਾ ਪਊਗਾ, ਕਿਉਂਕਿ ਯਾਰ ਪਤਾ ਕੀ ਹੈ ਗੱਲ, ਇਸ਼ੂ ਸਿੰਪਲ ਇੰਨਾ ਹੈ ਕਿ ਸਾਡੇ ਕੋਲ ਚਾਰੇ ਦੋ ਤਸੀਮ ਹੈ ਕਿ ਉਹ ਫਲੀਦਾਰ ਚਾਰੇ ਆ, ਜਿਹੜੇ ਦੂਜੇ ਆ ਗੈਰ ਫਲੀਦਾਰ ਚਾਰੇ ਆ। तो फलीदार चारे 'ਚ प्रोटीन ਹੁੰਦੀ ਹੈ, गैर फलीदार ਚੱਲਣੀ ਆ ਮੱਕੀ ਚਰੀ ਜਵਾਰ ਬਾਜਰਾ ਇਹ ਕਾਰਬੋਹਾਈਡਰੇਟ ਜਾਂਦੇ ਆ। तो ਸਾਨੂੰ ਵੀ ਉਹਦੇ ਮੁਤਾਬਕ ਜਿਵੇਂ ਆਪਾਂ ਇੱਕ ਦਾਲ ਹੁੰਦੀ ਹੈ ਇੱਕ ਰੋਟੀ ਹੁੰਦੀ ਹੈ ਤੇ ਦਾਲ ਤੇ ਰੋਟੀ ਮਿਲਾ ਕੇ ਖਾਂਦੇ ਆ ਆਪਾਂ, ਸਾਨੂੰ ਵੀ ਜ਼ਿਆਦਾ ਉਹ ਫਾਰਮਰ ਨੂੰ ਗਾਈਡ ਕਰੀਏ ਕਿ ਤੂੰ ਸਾਡੀ ਬਣਾ ਕੇ ਸੀਮਾ ਦਾ ਲੜਾ ਕੇ ਪਾ ਦਿਆ ਕਰ। TMR ਕਹਿੰਦੇ ਟੋਟਲ ਮਿਕਸ ਰਾਸ਼ਨ, ਮੈਂ ਡਿਟੇਲ ਦੱਸ ਸਕਦਾ ਪਰ ਸਮਾਂ ਬੜਾ ਥੋੜ੍ਹਾ, ਉਹ ਦਿੱਤਾ ਜਾਵੇ। ਪਰ ਅਸੀਂ ਨਿਊਟ੍ਰੀਸ਼ਨ ਪਾ ਸਕਦੇ ਹਾਂ, ਨਿਊਟ੍ਰੀਸ਼ਨ ਦੇ ਵਿੱਚ ਗਰਮੀਆਂ ਦੇ ਵਿੱਚ ਹੈ, ਗਰਮੀਆਂ ਵਿੱਚ ਦੇਖੋਗੇ ਕਿ ਜਿਹੜਾ ਇੰਨੀ ਗਰਮੀ ਪੈ ਜਾਂਦੀ ਆ। ਹੁਣ ਤਾਂ ਚਲੋ ਮੌਸਮ ਠੀਕ ਹੈ, ਪਰ ਜਦੋਂ 45 46 ਟੈਂਪਰੇਚਰ ਹੋ ਜਾਂਦਾ ਆਪਾਂ ਆਪਦੇ ਆਰਾਮ ਨਾਲ ਬੈਠ ਕੇ ਅੰਦਰ ਬੈਠ ਜਾਂਦੇ ਆ, ਜਾਂ ਦਫ਼ਤਰਾਂ ਦਾ ਕੰਮ ਕਰ ਲਓ ਜਾਂ ਅਸੀਂ ਕੋਈ ਹੋਰ ਕੰਮ ਕਰ ਲਓ, ਪਰ ਜਿਹੜਾ ਖੇਤ ਜਿਹੜਾ ਹੈ ਉਹਨੂੰ ਥਾਂ ਦੇ ਵਿੱਚ ਉਸੇ ਧੁੱਪ ਦੇ ਵਿੱਚ ਉਸੇ ਪਾਣੀ ਨਾਲ ਰਹਿਣਾ ਪੈਂਦਾ ਹੈ। ਉਹਦੇ ਵਿੱਚ ਕਰ ਸਕਦੇ ਹਾਂ ਤਾਂ ਉਹਦੀ ਜਿਹੜੀ ਫੀਡ ਆ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ। ਉਹ ਫੀਡ ਆਪਾਂ ਗਰਮੀਆਂ ਦੇ ਵਿੱਚ ਜਿਵੇਂ ਤੇਜ਼ਾਬ ਬਣਦਾ ਹੈ ਜਾਂ ਉਹਦੇ ਵਿੱਚ ਇਸ ਤਰ੍ਹਾਂ ਦਾ ਡਰਾਈ ਮੈਟਰ ਘਟਾ ਕੇ ਉਹਨੂੰ ਬਫਰ ਪਾ ਕੇ ਜਾਂ ਜੀਸਟ ਪਾ ਕੇ ਉਹ ਕਿਵੇਂ ਕੀਤਾ ਜਾ ਸਕਦਾ, ਵਿਨੇਸ਼ ਜੀ ਦੱਸਣਗੇ। ਇਹ ਤਿਆਰ ਕਰਦੇ ਨੇ ਫੀਡ। ਤਾਂ ਉਸ ਤੋਂ ਬਾਅਦ ਜਿਹੜੀ ਗੱਲ ਆ ਜਾਂਦੀ ਸੀ ਉਹ ਸੀਗਾ ਕਿ ਜੀ ਐਨੀਮਲ ਪ੍ਰੋਟੀਨ। ਅੱਜ ਐਨੀਮਲ ਦਾ ਕੋਈ ਰਿਕਾਰਡ ਭਾਵੇਂ ਨਹੀਂ ਹੈ, ਪਰ ਐਨੀਮਲ ਜਿਹੜਾ ਮੰਡੀਆਂ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਜਦ ਅਸੀਂ ਫਾਰਮ ਲਾ ਦਈਏ ਉਸ ਫਾਰਮ 'ਤੇ ਬੰਦਾ ਜਿਵੇਂ ਆਪਣੇ ਸ਼ੋਰੂਮ ਬਣੇ ਆ, ਜਿਹਨੇ ਗਾਂ ਵੇਚਣੀ ਆ ਮੱਝ ਵੇਚਣੀ ਆ ਫਾਰਮ 'ਤੇ ਛੱਡ ਜਾਵੇ, ਜਿਹਨੇ ਲੈਣੀ ਆ ਉੱਥੇ ਆ ਜਾਵੇ, ਦੋਵਾਂ ਦਾ ਉੱਥੇ ਚੋ ਕੇ 3 ਦਿਨ ਉੱਥੇ ਰਹਿਣਗੇ। ਆਪਣੇ ਚਵਾਵੇ ਵੇਚਣ ਵਾਲੇ ਅਤੇ ਖਰੀਦਣ ਵਾਲੇ ਉਸ ਨੂੰ ਆਪਦਾ ਜਿਹੜਾ ਵੀ ਭਾਅ ਬਣਦਾ ਉੱਥੋਂ ਲੈ ਜਾਣ। ਅਸੀਂ ਇੱਕ ਪਲੇਟਫਾਰਮ ਮੁਹੱਈਆ ਕਰਾ ਰਹੇ ਹਾਂ ਲਿਬੜੇ ਦੇ ਵਿੱਚ, GT ਰੋਡ ਦੇ ਬਿਲਕੁਲ ਉੱਤੇ ਇੱਕ ਫਾਰਮ ਇਸ ਤਰ੍ਹਾਂ ਦਾ ਬਣਾ ਚੁੱਕੇ ਆ ਕਿ ਮੈਂ ਨਾਭੇ ਲੱਭਦੇ ਫਿਰਦੇ ਹਾਂ ਵੀ ਇਹੋ ਜਿਹੇ ਫਾਰਮ ਜੇ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਬਣ ਜਾਣ ਤਾਂ ਖਰੀਦਣ ਵਾਲੇ ਨੂੰ ਅਤੇ ਵੇਚਣ ਵਾਲੇ ਨੂੰ ਦੋਨਾਂ ਨੂੰ ਆਸਾਨੀ ਹੋਊਗੀ। ਤੀਜੀ ਜਿਹੜੀ ਗੱਲ ਹੈਗੀ, ਜਦੋਂ ਲਾਹੇਵੰਦ ਰੇਟ ਦੀ ਗੱਲ ਕਰਦੇ ਹਾਂ ਤਾਂ ਭਾਅ ਜਿਹੜਾ ਰੇਟ ਜੋ ਕੀ ਅਨਾਊਂਸ ਕੀਤਾ ਰੇਟ ਫਾਰਮਰ ਨੂੰ ਮਿਲਦਾ, ਉੱਥੇ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੋ ਜਾਂਦੀ ਹੈ। ਰੇਟ ਅਨਾਊਂਸ ਕਰਨ ਦੇ ਨਾਲ ਉਹ ਅਜੇ ਵੀ ਮੈਨੂੰ ਤਾਂ ਬਹੁਤ ਫੋਨ ਆਉਂਦੇ ਆ ਵੀ ਸਰ ਆਹ ਰੇਟ ਆ ਅਤੇ ਸਾਨੂੰ ਆਹ ਪੈ ਗਿਆ, ਪਰ ਕਈ ਵਾਰੀ ਤਾਂ ਫਾਰਮਰ ਨੂੰ ਜਾਂ ਜਿਹੜਾ ਪ੍ਰੋਡਿਊਸਰ ਆ ਜਾਂ ਜਿਹੜਾ ਵੇਚਣ ਵਾਲਾ ਉਹਨੂੰ ਸਮਝ ਨਹੀਂ ਪੈਂਦੀ। ਜਿੱਥੇ ਸਮਝ ਪੈਂਦੀ ਆ ਉੱਥੇ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀਆਂ ਨੇ, ਕਿਤੇ ਨਾ ਕਿਤੇ ਉਹ ਜਿਹੜਾ ਮਿਡਲਮੈਨ ਆ ਉਹ ਸੁਪਰ ਸਟਰੋਂਗ ਜਾਂ ਸਟਰੋਂਗ ਹੋ ਜਾਂਦਾ ਹੈ। ਅਸੀਂ ਕੀ ਕੀਤਾ ਹੈ, ਅਸੀਂ ਇਹ ਕਰ ਰਹੇ ਹਾਂ ਕਿ ਸਾਡਾ ਜਿਹੜੀਆਂ ਸਾਡੀ ਨਾਭੇ HUL ਹਿੰਦੁਸਤਾਨ ਯੂਨੀਲੀਵਰ ਨਾਲ ਤਾਂ ਅਸੀਂ ਉਹਨਾਂ ਨੂੰ 20,000 ਲੀਟਰ ਦੀ ਸਪਲਾਈ ਕੀਤਾ ਹੈ। ਅਸੀਂ ਜਿਹੜੇ ਇਕਵਿਪਮੈਂਟ ਲੈ ਕੇ ਆਏ ਹਾਂ ਬਿਲਕੁਲ ਹਾਈਲੀ ਪੋਲਿਸ਼ੇਬਲ, ਬਿਲਕੁਲ ਜਿਹਦੇ ਵਿੱਚ ਕੋਈ ਜ਼ੀਰੋ ਐਰਰ ਹੈ। ਉਹਨਾਂ ਦੀ ਜਿਹੜੀ ਅਸੈਸ ਹੈ, ਉਹਨਾਂ ਦਾ ਜਿਹੜਾ ਪਾਸਵਰਡ ਹੈ ਉਹ ਵੀ ਸਾਡੇ ਟੌਪ ਬਾਕਸ ਕੋਲ ਹੋਊਗਾ, ਉਹ 'ਚ ਕੋਈ ਛੇੜਛਾੜ ਨਹੀਂ ਹੋਊਗੀ। ਦੂਜੀ ਗੱਲ ਜਿਹੜੀ ਵੱਡੀ ਗੱਲ ਅਸੀਂ ਕੀਤੀ ਹੈ ਉਹ ਹੈ ਕਿ ਜੀ ਜਿਹੜੀ ਪੇਮੈਂਟ ਹੈ ਇੰਸਟੈਡ ਆਫ 10 ਦਿਨ ਜਾਂ 15 ਦਿਨ ਜਾਂ ਮਹੀਨੇ ਬਾਅਦ ਕਿਉਂ ਨਹੀਂ ਨਾਲ ਹੋ ਜਾਂਦੀ। ਤਾਂ ਬੜਾ ਸੌਖਾ ਹੈ, ਇਹ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈ। ਅੱਜ ਆਪਾਂ ਪੇਟੀਐਮ ਤੋਂ ਪੈਸੇ ਕਢਾਉਂਦੇ ਆ, ਮੈਂ ਗੱਡੀ ਕਰਾ ਕੇ ਆਇਆ ਨਾਲ ਦੀ ਨਾਲ ਪੇਮੈਂਟ ਉਹਦੇ ਖਾਤੇ ਚਲੀ ਜਾਂਦੀ ਹੈ। ਦਵਾਈ ਨਾਟ ਫਾਰ ਦਾ ਮਿਲਕ ਅਦਰ ਕ੍ਰੌਪਸ ਆਲਸੋ, ਤਾਂ ਉਹਦੇ ਵਿੱਚ ਅਸੀਂ ਜਿਹੜੇ ਸਾਡੇ ਨਾਲ ਜੁੜੇ ਨੇ ਫਾਰਮਰ ਉਹਨਾਂ ਨੂੰ ਨਾਲ ਦੀ ਨਾਲ ਪੇਮੈਂਟ ਪਾ ਦਿੰਦੇ ਹਾਂ। ਜਦੋਂ ਉਹ ਬੰਦਾ ਜਦੋਂ ਬੈਂਕ ਦੇ ਨਾਲ ਡੀਲ ਕਰਨ ਲੱਗ ਜਾਂਦਾ ਹੈ ਤਾਂ ਫਾਈਨੈਂਸ਼ੀਅਲ ਇਨਕਲੂਜਨ ਸੌਖੀ ਹੋ ਜਾਂਦੀ ਹੈ। ਬੈਂਕ ਵਾਲੇ ਨਾਲ ਗੱਲ ਕਰੋ, ਕਹਿੰਦਾ ਸਰ ਤੁਹਾਡਾ ਪਹਿਲਾਂ ਆਪਦੀ ਸਟੇਟਮੈਂਟ ਲਾ ਕੇ ਲਿਆਓ। ਹੁਣ ਜਿਹੜੇ ਮੇਰੇ ਵਰਗੇ ਨੇ ਕਦੇ ਪੈਸਾ ਤਾਂ ਬੈਂਕ 'ਚ ਪਾਇਆ ਨਹੀਂ ਅਤੇ ਲੈਣ ਚਲਿਆ ਗਿਆ, ਹੁਣ ਜਦੋਂ ਉਹਦੀ ਪੇਮੈਂਟਾਂ ਦੇ ਵਿੱਚ ਉਹਦੀ ਜਦੋਂ ਸਟੇਟਮੈਂਟ ਲਾ ਕੇ ਦੇਊਗਾ ਜ਼ਿਮੀਂਦਾਰ, ਤਾਂ ਉਹਨੂੰ ਚਾਹੇ ਉਹ ਕਿਸਾਨ ਕ੍ਰੈਡਿਟ ਕਾਰਡ ਹੈ, ਚਾਹੇ ਉਹਨੂੰ ਟਰਮ ਲੋਨ ਹੈ, ਚਾਹੇ ਉਹਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੈ, ਉਹਦੇ ਵਿੱਚੋਂ ਪੈਸਾ ਮਿਲ ਸਕੂਗਾ, ਜਿਹਦੇ ਨਾਲ ਫਾਰਮਰ ਜਿਹੜਾ ਵਾ ਉਹ ਬੈਂਕਾਂ ਦੀ ਹੋਰ ਹੀ ਪਰੇਸ਼ਾਨੀ ਤੋਂ ਬਚੂਗਾ। ਅਗਲੀ ਜਿਹੜੀ ਗੱਲ ਸੀਗੀ ਉਹ ਇਹ ਸੀਗੀ ਕਿ ਇਸ ਨੂੰ ਹੋਰ ਐਕਸਪੈਂਡ ਕਰਨਾ ਸੀ, ਕਿਉਂਕਿ ਇਹ ਅਜੇ ਜਿਹੜਾ ਹੈ ਫੀਡ ਤੋਂ ਬਾਅਦ ਨਿਊਟ੍ਰੀਸ਼ਨ ਤੋਂ ਬਾਅਦ ਅਸੀਂ ਜਿਹੜੀਆਂ ਹੀਫਰ ਖਾਸ ਕਰਕੇ ਪੰਜਾਬ ਬਰੀਡਰ ਸਟੇਟ ਹੈ, ਬਹੁਤ ਸੋਹਣੀਆਂ ਵੱਛੀਆਂ ਸਾਡੇ ਕੋਲ ਹੈਗੀਆਂ ਜਿਹੜੀਆਂ ਵਿਚਾਰੀਆਂ ਨੂੰ ਜੇ ਅਸੀਂ 6 ਮਹੀਨੇ ਪਾਲ ਲਈਏ 30,000 ਦੀ ਵੱਛੀ ਲੈ ਕੇ
ਉਹ 2 ਲੱਖ ਦੀ ਗਾਂ ਬਣ ਜਾਂਦੀ ਹੈ। ਉਹ ਮੱਛੀਆਂ ਨੂੰ ਇੱਕ ਟੀਕਾ ਲੱਗਦਾ ਬਰੂਸੀਲੋਸ ਦਾ, ਜਿਹਨੂੰ ਤੂ ਜਾਣ ਦੀ ਬਿਮਾਰੀ ਕਹਿੰਦੇ ਆ। ਜੇ ਅਸੀਂ ਉਹ ਵੈਕਸੀਨੇਸ਼ਨ ਕਰਕੇ ਡਿਜ਼ੀਜ਼ ਫਰੀ ਮੱਛੀਆਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਭੂਕੇ ਬਾਕੀ ਸੂਬਿਆਂ ਨੂੰ ਦੇ ਦਈਏ ਤਾਂ ਮੇਰਾ ਖਿਆਲ ਹੈ ਕਿ ਬਾਕੀ ਸੂਬਿਆਂ ਨੂੰ ਸੀਮਨ ਲਿਆਉਣ ਦੀ, ਨਸਲ ਸੁਧਾਰ ਕਰਨ ਦੀ ਕੋਈ ਚਿੰਤਾ ਨਹੀਂ। ਪੰਜਾਬ ਕੋਲੇ 40-40 ਕਿਲੋ ਵਾਲੀਆਂ ਗਾਵਾਂ ਆਮ ਨੇ, ਉਹਨਾਂ ਕੋਲੇ 4-4 ਕਿਲੋ ਵਾਲੀਆਂ ਨੇ। ਆਪਣੇ ਕੋਲੇ ਪੈਸਾ ਪੰਜਾਬ ਚਾਹੂਗਾ ਤਾਂ ਜਿਹੜਾ ਪੰਜਾਬ ਦੀ ਖੁਸ਼ਹਾਲੀ ਵੱਲ ਵਧੂਗਾ। ਤੋ ਮੈਂ ਆਪਣੀ ਗੱਲ ਇੱਥੇ ਸਮੇਟਦਾ ਹੋਇਆ ਆਪ ਸਭ ਨੂੰ ਦੁਬਾਰਾ ਧੰਨਵਾਦ ਕਰਦਾ। ਉੱਥੇ ਇਹ ਵੀ ਆਗਰਾ ਕਰਦਾ ਕਿ ਅੱਗੇ ਤੋਂ ਵੀ, ਅੱਜ ਕਿਉਂਕਿ ਟਾਈਮ ਬੜਾ ਛੋਟਾ ਹੈ, ਥੋੜ੍ਹਾ ਹੈ, ਤੁਹਾਨੂੰ ਵੀ ਅਸੀਂ ਨੋਟ ਚੰਗੀ ਤਰ੍ਹਾਂ ਦੇ ਸਕੇ। ਦੁਬਾਰਾ ਫਿਰ ਕਿਸੇ ਵੱਡੇ ਪੱਧਰ 'ਤੇ ਸਾਡੇ CEO ਸਾਹਿਬ, ਉਹ ਵੀ ਪੰਜਾਬੀ ਨੇ, ਮਿਸਟਰ ਪਰਮ ਨੇ, ਉਹ ਕਾਦੀਆਂ ਨੂੰ ਬਿਲੋਂਗ ਕਰਦੇ ਨੇ, ਉਹ ਤੁਹਾਡੇ ਕੋਲ ਦੁਬਾਰਾ ਫਿਰ ਆਵਾਂਗੇ ਪੂਰੀ ਟੀਮ ਲੈ ਕੇ। ਤਦ ਤੱਕ ਲਈ ਧੰਨਵਾਦ। ਥੈਂਕ ਯੂ ਵੈਰੀ ਮਚ। थैंक यू इंद्रजीत सिंह सर जी। तो जैसा आपने सुना, इन डेप्थ नॉलेज सर ने आपको इस सेक्टर के बारे में दी। इससे पहले मैं फीड के ऊपर जाऊँ, कुछ 1-2 चीज़ें। वर्ल्ड मिल्क डे इज डे आफ्टर टुमारो, सो इट्स ऑन 1 जून, एंड द थीम दिस टाइम इज हाउ वी कैन कट एमिशंस फ्रॉम द डेयरी सेक्टर। तो इसमें मूव फार्म कुछ ही टाइम में एक सस्टेनेबल फीड लाने वाला है, जिससे काउ डंग में मीथेन एमिशन भी कम होंगे। इसके अलावा हम लोग कोशिश कर रहे हैं टाई-अप्स करने के कि हर फार्मर को एक बायोगैस प्लांट भी दिया जाए, ताकि फार्मर के उधर से जो एमिशन निकल रही है वो भी कम हो। इसके अलावा हमारे पास 2 फार्मर बेनिफिशियरी मौजूद है। एक जरा खड़े हो जाएंगे। ये 2 फार्मर बेनिफिशियरी है जो मूव फार्म के साथ 3-3.5 साल से जुड़े हुए हैं। तो आपको किसी को भी 1-on-1 इनसे कुछ वार्तालाप करनी हो तो आप कर सकते हैं। आपको दिख रहा होगा, सोनम बाजवा जी हमारे साथ पिछले साल एज ब्रांड एम्बेसडर जुड़ी थी। तो वो हमारा माध्यम ये था कि ज़्यादा से ज़्यादा हम फार्मर बेनिफिशरीज तक पहुंच सके। सो अब हम फीड पाएंगे। और एक और अनाउंसमेंट कि आप सब हमारे साथ ही रहिएगा। आफ्टर द प्रेस कॉन्फ्रेंस वी हैव अ नेटवर्किंग सेशन ओवर लंच, सो प्लीज स्टे विद अस। डॉक्टर गिरी, पहले आप सर फीड पे आप बात। 5 मिनट्स। मेरे वालों सारे सत श्री अकाल, नमस्कार। तो मैं तुहानूं एक मूव फार्म का विजन दसना चाहता कि मूव फार्म का विजन की है। मैं थोड़ा दूर हो जाइए। नहीं दूर नहीं होना, तुसीं आओ ना। तो मूव फार्म का जिहड़ा विजन है, जिहड़े साडे फाउंडर्स ने, जिहड़ा साडी टीम का जिहड़ा विजन है, वो विजन है कि डेयरी व्यवसाय जिहड़ा हैगा, जो फार्मर ਲਈ डेयरी व्यवसाय है, ਉਹਨੂੰ ਆਪਾਂ ਕਿਵੇਂ ਪ੍ਰੋਫਿਟੇਬਿਲਿਟੀ 'ਚ ਲਿਆ ਸਕਦੇ ਹਾਂ। ਕਿਉਂਕਿ ਮੋਸਟਲੀ ਜਿਵੇਂ ਆਪਾਂ ਨੇ ਦੱਸਿਆ ਕਿ ਵਰਲਡ ਦੇ ਵਿੱਚ ਤਾਂ ਆਪਾਂ ਨੰਬਰ 1 ਹੈ ਮਿਲਕ 'ਚ। ਅਗਰ ਆਪਾਂ ਫਾਰਮਰ ਦੇ ਬੇਸ 'ਤੇ, ਫਾਰਮਰ ਜਿਹੜਾ ਹੈ ਉਹ ਹਜੇ ਵੀ ਪ੍ਰੋਫਿਟ 'ਚ ਨਹੀਂ ਹੈ। ਸਾਰੇ ਫਾਰਮਰ ਆਪਣੇ ਪ੍ਰੋਫਿਟ 'ਚ ਨਹੀਂ ਹੈ। ਅਸੀਂ ਕੋਸ਼ਿਸ਼ ਹੈ, ਸਾਡਾ ਵਿਜ਼ਨ ਹੈ ਕਿ ਅਸੀਂ ਫਾਰਮਰਸ ਨੂੰ ਪ੍ਰੋਫਿਟ 'ਚ ਲੈ ਕੇ ਆਈਏ, ਉਸ ਤਰ੍ਹਾਂ ਦੀ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਾਈਏ। ਅਤੇ ਉਸ ਤਰ੍ਹਾਂ ਉਸੇ ਵਿਜ਼ਨ ਨੂੰ ਲੈ ਕੇ ਅਸੀਂ ਜਿਹੜੀ ਫੀਡ ਦੀ ਕੁਆਲਿਟੀ ਬਣਾਈ ਹੈ, वो क्वालिटी रिलेटेड टू डेयरी डेवलपमेंट, डेयरी व्यवसाय बिजनेस और फार्मर ਨੂੰ ਲੈ ਕੇ ਬਣਾਇਆ ਗਿਆ ਕਿ ਆਪਾਂ ਘੱਟ ਕੋਸਟ ਦੇ ਵਿੱਚ ਬੈਸਟ ਕੁਆਲਿਟੀ ਕਿਵੇਂ ਦੇ ਸਕਦੇ ਹਾਂ। ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਪੂਰਾ 3 ਤੋਂ 4 ਮਹੀਨੇ ਹਰ ਸਟੇਟ ਵਾਈਜ਼ ਕਹਿ ਲਈਏ ਜਾਂ ਏਰੀਆ ਵਾਈਜ਼ ਕਹਿ ਦਈਏ ਕਿ ਸਾਰੇ ਏਰੀਆ 'ਚ ਆਪਾਂ ਚੈੱਕ ਕੀਤਾ ਕਿ ਕਿਸ ਤਰ੍ਹਾਂ ਦੇ ਉੱਥੇ ਐਨੀਮਲਸ ਹੈ, ਕਿਸ ਤਰ੍ਹਾਂ ਦਾ ਉੱਥੇ ਐਟਮੋਸਫੀਅਰ ਹੈ। ਉਸ ਹਿਸਾਬ ਨਾਲ ਫਿਰ ਆਪਾਂ ਫਾਰਮੂਲੇਸ਼ਨ ਸੈੱਟ ਕੀਤੀ ਹੈ। तो जी फार्मूलेशन सैट की है वो वैदर के अकॉर्डिंग एवरी मंथ चेंज होंगी है। एवरी मंथ असी उन्होंने वैदर के अकॉर्डिंग चेंज करते हैं कि हुण उसकी की रिक्वायरमेंट है। तो जिन्ना जी अपनी सबसे बेस्ट साडा फोकस जोड़ा है फीड के उत्ते वो है एफ्लाटॉक्सिन कंट्रोल्ड फीड। जे असी एफ्लाटॉक्सिन कंट्रोल करांगे तो जिहड़ा साडे पशुओं का दुध सानूं मिलता है, वो दुध जिहड़ा आपां पीने, अपने बच्चे पीने, उन्हां लई बेस्ट क्वालिटी होगा। क्योंकि अज का मेन फोकस जे आपां देखिए कि टॉक्सिसिटी लैवल हायर हुंदा है, उहदे कारण जिहड़ा दुध दे विच M1 च कन्वर्ट हो जाता है, वो अपने लिए नुकसानदेही है। तो असी बेस्ट जिहड़ा फीड है वो सब तो ज़्यादा फोकस एफ्लाटॉक्सिन से किया है, तो एफ्लाटॉक्सिन कंट्रोल फीड बनाई है। सैकेंडरी असी की किया जिहड़ा NPN है, जो आम तौर पर सारी फीड कंपनियां, जो लोकल फीड कंपनियां वो यूज़ करदियां, असी वो ते भी कंट्रोल किया है। तो सैकेंडरी जिवें मैं तुहानूं दस्सिया कि असी की करते हैं मंथली अपनी फॉर्मूलेशन चेंज करते हैं अकॉर्डिंग टू वैदर। हुण जिवें तुहानूं पता लास्ट टाइम हीट स्ट्रैस था, थोड़े दिन पहले ला लो 3-4 दिन पहले, हुण तो वैदर चेंज हो गया। उस तो पहले 45 डिग्री तक टैंपरेचर चला गया सी,
ਜਿਹਦੇ ਕਰਕੇ ਐਨੀਮਲਸ ਨੂੰ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਹੈ, ਉਹਨਾਂ ਦਾ ਦੁੱਧ ਘਟ ਜਾਂਦਾ ਹੈ, ਪਲੱਸ ਫੈਟ ਘਟ ਜਾਂਦੀ ਹੈ, ਤੇ ਫਾਰਮਰਾਂ ਨੂੰ ਉਹਦੇ ਕਰਕੇ ਫਿਰ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੀ ਕੋਸਟ ਜਿਹੜੀ ਐਨੀਮਲ ਤੇ ਉਹ ਸੇਮ ਰਹਿੰਦੀ ਹੈ। ਫੀਡ ਵੀ ਉਹਨਾਂ ਨੇ ਉਹੀ ਦੇਣਾ ਪੈਂਦਾ, ਚਾਰਾ ਵੀ ਉਹੀ ਦੇਣਾ ਪੈਂਦਾ, ਉਹਦੇ ਰੱਖ ਰਖਾਵ ਲਈ ਜਿਹੜਾ ਖਰਚਾ ਉਹ ਵੀ ਉਹੀ ਦੇਣਾ ਪੈਂਦਾ। ਤੋ ਅਸੀਂ ਕੀ ਕੀਤਾ, ਜਿਵੇਂ ਸਾਡੀ ਫੀਡ ਹੈ ਮੂਵ ਫੀਡ, ਅਸੀਂ ਹੀਟ ਸਟ੍ਰੈਸ ਤੋਂ ਬਚਣ ਲਈ ਫਾਰਮਰ ਲਈ ਉਹਦੇ ਵਿੱਚ ਜਿਹੜੇ ਮੈਡੀਸਨਸ ਇਨਕਲੂਡ ਕੀਤੀਆਂ, ਜਿਵੇਂ ਕਿ ਤੁਸੀਂ ਦੇਖੋਗੇ ਈਸਟ ਮੈਟਾਬੋਲਾਈਟ ਹੈ, ਤੇ ਉਹਦੇ ਲਈ ਇੱਕ ਅੱਛਾ ਬਫਰ ਕਹਿੰਦੇ ਜਿਹਨੂੰ ਉਹ ਹੈ, ਪਲੱਸ ਹਾਈ ਫਾਈਬਰ, ਡਾਈਜੈਸਟੀਬਲ ਫਾਈਬਰ ਹੁੰਦਾ, ਗੁੱਡ ਸੋਰਸ ਆਫ ਫਾਈਬਰ, ਜਿਹੜਾ ਕਿ ਕੀ ਕਰਦਾ ਐਨੀਮਲ ਦਾ ਰੂਮਨ ਨੂੰ ਸੈੱਟ ਕਰਕੇ ਰੱਖਦਾ ਹੈ। ਪਲੱਸ ਜਦੋਂ ਐਨੀਮਲ ਰੂਮਨ ਦਾ ਪੀਐਚ ਵੈਲਿਊ ਸੈੱਟ ਹੋਊਗੀ ਤਾਂ ਆਟੋਮੈਟਿਕ ਸਾਰਾ ਐਨੀਮਲ ਜੋ ਹੈਲਦੀ ਹੋਊਗਾ, ਤੇ ਉਹਨਾਂ ਦਾ ਜਿਹੜਾ ਉਹ ਇਨਕਰੀਜ਼ ਹੋਊਗਾ। ਉਹਦੇ ਇਲਾਵਾ ਅਸੀਂ ਕੀ ਕਰਦੇ ਹਾਂ, ਵਿੰਟਰ ਚ ਕੁਝ ਹੋਰ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਬਾਰਲੇ ਹੈ, ਸਮਰ ਦੇ ਵਿੱਚ ਅਸੀਂ ਬਾਰਲੇ ਯੂਜ਼ ਕਰਦੇ ਹਾਂ, ਕਿਉਂਕਿ ਬਾਰਲੇ ਹੁੰਦਾ ਤੁਹਾਨੂੰ ਪਤਾ ਵੀ ਜਿਹੜੀ ਹੈ ਉਹ ਇੱਕ ਜਿਹੜੀ ਖਾਸੀਅਤ ਹੈ ਕਿ ਉਹ ਗਰਮੀ ਦੇ ਵਿੱਚ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਉਹਦੇ ਕਰਕੇ ਹਿਊਮਨਸ ਦਾ ਪੀਐਚ ਲੈਵਲ ਜਿਹੜਾ ਉਹ ਸੈੱਟ ਰਹਿੰਦਾ ਹੈ, ਤੇ ਐਨੀਮਲਸ ਨੂੰ ਜਿਹੜੀ ਪ੍ਰੋਡਕਸ਼ਨ ਰੀਪਰੋਡਕਸ਼ਨਸ ਦਾ ਹੈ ਉਹ ਉਨਾ ਹੀ ਜ਼ਿਆਦਾ ਪ੍ਰੋਫਿਟੇਬਲ ਹੈ ਰੀਪਰੋਡਕਸ਼ਨ ਲਈ, ਤਾਂ ਕਿ ਐਨੀਮਲਸ ਨੂੰ ਕੰਸੀਵ ਕਰਨ 'ਚ ਕੋਈ ਪ੍ਰੋਬਲਮ ਨਾ ਹੋਵੇ ਤੇ ਉਹਦੀ ਕੋਈ ਡਰੋਪਿੰਗ ਨਾ ਹੋਵੇ, ਕੋਈ ਮਿਸਕੈਰੇਜ ਨਾ ਹੋਵੇ। ਇਸ ਕਰਕੇ ਅਸੀਂ ਉਹਦੇ ਵਿੱਚ ਫੀਡ 'ਚ ਉਹੀ ਤੱਤ ਮਿਲਾਉਂਦੇ ਹਾਂ। ਤੇ ਅਦਰ ਜਿਵੇਂ ਆਪਾਂ ਨੇ BIS ਤੋਂ ਰਿਲੇਟਡ ਜਾਂ IS ਤੇ ISO ਨੂੰ ਦਿੱਤੀ ਹੈ, ਅਸੀਂ ਉਸ ਕੰਡੀਸ਼ਨ ਨੂੰ ਫੁੱਲਫਿਲ ਕਰਕੇ ਆਪਣਾ ਫੀਡ ਬਣਾਉਂਦੇ ਹਾਂ, ਤੇ ਕੁਆਲਿਟੀ 'ਤੇ ਪੂਰਾ ਫੋਕਸ ਹੁੰਦਾ ਹੈ। ਤੇ ਸਾਡੀ ਇਹ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਪਹਿਲੇ, ਡਾਕਟਰ ਇੰਦਰਜੀਤ ਜੀ ਨੇ ਦੱਸਿਆ ਕਿ ਵੀ ਉਹ ਅਸੀਂ ਫਾਰਮਰ ਨੂੰ ਡਾਇਰੈਕਟ ਪਹੁੰਚ ਦੇ ਹਿਸਾਬ ਨਾਲ ਮਤਲਬ ਕੋਸ਼ਿਸ਼ ਕਰ ਰਹੇ ਕਿ ਡਾਇਰੈਕਟ ਨੂੰ ਫਾਰਮਰ ਨੂੰ ਅਸੀਂ ਪਹੁੰਚਾ ਸਕੀਏ ਫੀਡ। ਵਿਚਾਲੇ ਜਿਹੜੇ ਹੈਗੇ ਆ ਮੰਨ ਲਓ ਜਿਨ੍ਹਾਂ ਦਾ ਕਮਿਸ਼ਨਸ ਹੁੰਦਾ ਹੈ ਜਾਂ ਉਹਨਾਂ ਦਾ ਮਾਰਜਨਸ ਹੁੰਦਾ, ਅਸੀਂ ਉਹਨੂੰ ਘੱਟ ਕਰ ਦਈਏ ਤਾਂ ਕਿ ਫਾਰਮਰ ਨੂੰ ਉਹ ਬੈਸਟ ਰੇਟ ਤੇ ਬੈਸਟ ਕੁਆਲਿਟੀ ਪ੍ਰੋਵਾਈਡ ਕਰ ਸਕੀਏ। ਤੋ ਮੇਨ ਸਾਡਾ ਇਹੀ ਫੋਕਸ ਹੈ। ਅਸੀਂ ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ, ਹੀਟ ਸਟ੍ਰੈਸ ਨੂੰ ਧਿਆਨ 'ਤੇ ਰੱਖਦੇ ਹੋਏ, ਅੱਗੇ ਜਿਹੜਾ ਸੀਜ਼ਨ ਸ਼ੁਰੂ ਹੋਣਾ, ਮੰਨ ਲਓ ਅੱਗੇ ਰੇਨੀ ਸੀਜ਼ਨ ਸ਼ੁਰੂ ਹੋਣਾ, ਉਹਦੇ 'ਚ ਐਂਟੀਬਾਇਓਟਿਕਸ ਅਸੀਂ ਅੱਛੇ ਯੂਜ਼ ਕਰਦੇ ਹਾਂ। ਉਹ ਸਾਰੀ ਚੀਜ਼ਾਂ ਧਿਆਨ 'ਚ ਰੱਖ ਕੇ ਅਸੀਂ ਫੀਡ ਦੀ ਕੁਆਲਿਟੀ, ਫੀਡ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੁੰਦੀ ਹੈ, ਜਿਵੇਂ ਡਾਕਟਰ ਪਹਿਲੇ ਹੀ ਦੱਸਤਾ ਇੰਦਰਜੀਤ ਜੀ ਨੇ ਕਿ ਬੈਲੈਂਸ ਜਿਹੜੀ ਫੀਡ ਹੁੰਦੀ ਹੈ, ਉਹ ਚਾਹੇ ਫੂਡ ਹੈ ਚਾਹੇ ਫੀਡ ਹੈ, ਆਪਾਂ बैलेंस करनी बहुत जरूरी है कि ये एनर्जी कितनी होनी चाहिए है, प्रोटीन कितनी होनी चाहिए है, फैट कितनी होनी चाहिए है। जे तुसी एक बैलेंस करोगे तो उस हिसाब नाल ही वो बेस्ट क्वालिटी फीड बनती है। तो एक लास्ट मैं तुहानूं दसना चाहता जिवें 3000 8000 5000 10000 ये नंबरिंग होंदी है फीड की। ये नंबरिंग रिलेटेड टू लैक्टेशन पीरियड ऑफ मिल्किंग होंदी है। जिवें कि एक एनीमल ने अपने लैक्टेशन पीरियड दे विच 3000 लीटर टोटल दूध दिता है, तो उन्होंने असी सजैसट करते हैं 3000 फीड का नंबर 3000। जिन्हें एक लैक्टेशन पीरियड जी हाई होंगी है, जी मोर दैन 20 चली जाती है 24 25 तक, उन्होंने असी 8000 देंगे। उस तरह जी 25000 लीटर पर डे दूध इनक्रीज़ करते हैं, उन्होंने असी 10000 देंगे। तो ये नंबरिंग जी है वो लैक्टेशन पीरियड के टोटल प्रोडक्शन ऑफ मिल्क वो अकॉर्डिंग डिसाइड की जाती है। तो असी आने वाले टाइम से पूरी कोशिश है साड़ी कि भी असी फीड की जितनी वराइटीज़ होंगी हैं, एक काफ स्टार्टर एक बेबीज़ तो लेके जो बच्चा पैदा होता उस तो लेके असी एक बच्ची नूं तैयार करने तक की सारी फीडां की वो उत्ते वर्किंग चल रही है, तो वो फार्मुलेशनस के उत्ते डिस्कशन चल रहा है। और जिवें सारा कुछ फाइनल हो गया तो असी वो भी लॉन्च करांगे। दैट्स ऑल। मैं डॉक्टर शिवम खरे। अभी तो सारी बातें हो गई, आपको अलग बातें और बता देता हूँ जो कि डेयरी फार्म मैनेजमेंट के लिए बहुत इंपॉर्टेंट होती हैं। जैसे कि सारे कुछ बताया, अभी सर ने बताया, आपको भी पता होगा कि दिक्कतें कहाँ आती हैं कि हम सब कुछ फीड वगैरह सब कुछ खिला रहे होते हैं पशुओं को, लेकिन फार्मर शिकायत करता है कि भाई हमारे पशुओं में वजन नहीं गेन हो रहा है, हमारे पशुओं का दूध उतना अच्छा बढ़ नहीं रहा है। उसका कारण क्या रहता है? क्योंकि हमें बेसिक फार्म मैनेजमेंट की प्रैक्टिसेस के बारे में पता नहीं रहता है। जैसे पहली होगी डिवर्मिंग के बारे में। आप सभी को पता होगा कि हमारे शरीरों में, हमारे पशुओं के शरीरों में भी कीड़े पाए जाते हैं, जो कि नॉर्मली रहते ही हैं, ठीक है, क्योंकि वो हर जगह कुछ ना कुछ थोड़ा बहुत चीज़ें खाते रहते हैं, तो कीड़े मौजूद रहते हैं। तो वो कीड़े क्या करते हैं, जो हम लोग फीड खिलाते हैं फार्मर्स पशुओं को, तो वो कीड़े जो है उन फीड्स को यूटिलाइज नहीं होने देते पशुओं की बॉडी में, मतलब वो उनको खा जाते हैं। तो डिवर्मिंग करा के पशुओं की सेहत को अच्छा रखा जा सकता है। अब दूसरी बात करते हैं मिनरल मिक्सचर के बारे में। फीड में भी कुछ लोग मिनरल मिक्सचर मिलवाते हैं, लेकिन जो बेसिक रिक्वायरमेंट होती है वो 100 से 200 ग्राम की मिनरल मिक्सचर की रहती है हर पशु के लिए।
कुछ नॉर्मली लोग यूज़ नहीं करते हैं, लेकिन मैं सजेस्ट करूंगा कि मिनरल मिक्सर का ज़रूर से ज़रूर यूज़ करना चाहिए। 50 ग्राम टू 100 ग्राम पर डे मिनरल मिक्सर यूज़ करना चाहिए। कुछ पशुओं को दिक्कतें नहीं आती, लेकिन कुछ पशुओं में रिपीटिंग की दिक्कत आ जाती है। लोग शिकायत करते हैं कि हमारे पशु को हमने 3 बार टीका पड़वा लिया, रेगुलर हीट पे आती है, सही समय हीट पे आती है, सही टीका पड़वा रहे, लेकिन फिर भी रह नहीं रही है। क्योंकि दिक्कतें ये होती हैं कि वो कुछ माइक्रो न्यूट्रिएंट्स होते हैं, जो मिनरल्स होते हैं, जैसे जिंक हो गया, सेलेनियम हो गया, क्रोमियम हो गया, कॉपर हो गया, इनके शरीर में कमी पाई जाती है। इसकी वजह से क्या होता है, पशु रहते नहीं हैं। तो मैं मिनरल मिक्सर का बहुत सही से हमेशा यूज़ करते रहना चाहिए। कभी भी ऐसा नहीं करना चाहिए कि मिनरल फीड पड़वा दिया, कोई पड़वा दिया, हम यूज़ करेंगे। बैलेंस फीड के बारे में, जैसे कि फीड जब बनता है तो उसमें हर एक चीज़ प्रोपोर्शनल बैलेंस रहती है, लेकिन हमारे लिए ये भी इम्पोर्टेंट होता है उस बैलेंस चीज़ों को हम कितने अमाउंट में पशुओं को खिला रहे हैं। इसमें सबसे पहली चीज़ आती है सूखा चारा, हरा चारा, कंसनट्रेट, मतलब दाना, जिसको आहार बोलते हैं। तो दाना जैसे कि होता है कि अगर गाय अगर 10 किलो दूध दे रही है तो 4 किलो उसको दाना पड़ने चाहिए। मंच है तो अगर 10 किलो दूध दे रही है तो 5 किलो दाना उसको देना ही देना है। तो कुछ लोग क्या करते हैं, कहते हैं कि हमारी एक मजे 14 किलो दूध दे रही है, एक मजे 7 किलो दूध दे रही है, दोनों को बराबर फीड डाले जा रहे हैं, या एक मेंजर में बंधी हुई है वहीं पे उसको भी डाल दिया, सेम उसको भी डाल दिया। तो होता क्या है कि जो ज़्यादा खाने वाला पशु को उसको भी खा जाता है, जो कम खाने वाला मतलब जो ज़्यादा दूध दे रहे हैं उसको मिल नहीं पा रहा है। तो हमें इसका ध्यान रखना चाहिए कि बैलेंस फीड के साथ साथ हमें बैलेंस प्रोपोर्शन मिलना चाहिए। जो जितना दूध दे रहा है उसके हिसाब से उतना उसको राशन जाना चाहिए। दूसरी चीज़ बात करते हैं हरे चारे के बारे में। हरा चारा तो जैसे कि अभी इस टाइम जैसे बरसीम रहता है, ज्वार रहता है, बाजरा लोग यूज़ करते हैं, यहाँ पे जो नॉर्मली यूज़ करते हैं, अभी मक्की हो रही है। तो मैं आपको बोलूँगा लीन पीरियड के लिए आपको हरे चारे को संरक्षित करना चाहिए, मतलब उसको प्रिजर्व रखना चाहिए। यहाँ बोलते हैं अचार बना के रखना, साइलेज जिसको कहते हैं। तो हरे चारे का अगर आप अचार बनाएंगे तो सबसे अच्छा है कि आपका हरा चारा उपलब्ध नहीं होगा आपके पास, तो उस हरे चारे को जो अचार बनाया उसका यूज़ कर सकते हैं। क्योंकि अचार का जो बहुत अच्छा यूज़ है, फीड तो यूज़ कर ही रहे हैं साथ में, लेकिन हरा चारा विशेष बढ़ाने के लिए, क्योंकि उसमें प्रोटीन की मात्रा अधिक होती है। दूध में आप जानते हैं प्रोटीन ज़्यादा रहता है, तो आप हरा चारा खिलाएंगे तो उससे उसका दूध बढ़ने के चांस बहुत ज़्यादा रहते हैं, अच्छा दूध आपको मिलेगा। साथ में सूखा चारा भी यूज़ करते हैं, जैसे कि जो फाइबर के लिए एसेंशियल रहता है, तो फाइबर में उसको दूध में जो है फैट अच्छी आएगी। इस प्रकार से एक बैलेंस चीज़ें चाहिए जो पशुओं को बहुत रिक्वायरमेंट है, तो उस हिसाब से आपको पूरा करना चाहिए। ये बेसिक फार्म मैनेजमेंट है जो कि हमारे जैसे वेटनरी डॉक्टर्स यहाँ पे कंपनी में फार्मर्स को डोर टू डोर विजिट्स करके उनको ये सुविधाएं फ्री ऑफ कॉस्ट प्रोवाइड करवाते हैं। थैंक यू। थैंक यू। थैंक यू डॉक्टर खरे। बस एक अंत में हमारे एक फार्मर है, वो अपना आप एक आ जाइए।